हाजिर हाँ फिर ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ। ਮੇਰਾ ਬੇਟਾ ਬਿਮਾਰ ਸੀ। ਮੇਰੇ ਕੋਲ ਉਸਦੀ ਦਵਾਈ ਦੇ ਪੈਸੇ ਵੀ ਨਹੀਂ ਸਨ। ਮੈਂ ਬਹੁਤ ਮੁਸ਼ਕਲ ਨਾਲ ਕਿਸੇ ਤੋਂ 1000 ਰੁਪਏ ਉਧਾਰ ਲਏ। ਮੈਂ ਪੈਸੇ ਲੈ ਕੇ ਘਰ ਆ ਗਈ। ਪਹਿਲਾਂ ਮੈਂ ਸੋਚਿਆ ਕਿ ਬੱਚੇ ਨੂੰ ਡਾਕਟਰ ਕੋਲ ਲੈ ਜਾਵਾਂਗੀ, ਪਰ ਫਿਰ ਖਿਆਲ ਆਇਆ ਕਿ ਖਾਲੀ ਪੇਟ ਦਵਾਈ ਅਸਰ ਨਹੀਂ ਕਰਦੀ। पर मेरे कोल 1000 रुपए सन, जिस नाल मैं अपने बच्चे नूं खाना भी खवाउणा सी ते उसदी दवाई दा भी इंतजाम करना सी। पहला खाने दा सोच के मैं बाजार गई। सब्जी वाले तो सब्जी खरीदी। मेरे कोल ओही 1000 रुपए सन ते उन्हां चों ही मैं डरदी ने 500 दा नोट सब्जी वाले नूं दे दिता। ਤਾਂ ਸਬਜ਼ੀ ਵਾਲੇ ਨੇ ਮੈਨੂੰ 450 ਰੁਪਏ ਵਾਪਸ ਦੇ ਦਿੱਤੇ। ਜਦੋਂ ਮੈਂ ਘਰ ਆ ਕੇ ਪੈਸੇ ਗਿਣੇ ਤਾਂ ਮੈਨੂੰ ਲੱਗਿਆ ਕਿ ਉਸ ਤੋਂ ਗਲਤੀ ਹੋ ਗਈ ਹੈ, ਕਿਉਂਕਿ ਉਸ ਕੋਲ ਬਹੁਤ ਭੀੜ ਸੀ। ਮੇਰੇ ਦਿਲ ਨੇ ਕਿਹਾ ਕਿ ਉਹ ਬਹੁਤ ਗਰੀਬ ਆਦਮੀ ਹੈ, ਵਾਪਸ ਜਾ ਕੇ ਉਸ ਨੂੰ ਪੈਸੇ ਦੇ ਦੇਵਾਂ, ਪਰ ਦਿਮਾਗ ਨੇ ਕਿਹਾ ਕਿ ਸ਼ਾਇਦ ਇਹ ਭਗਵਾਨ ਵੱਲੋਂ ਮਦਦ ਹੈ। ਪਹਿਲਾਂ ਜਾ ਕੇ ਬੱਚੇ ਦੀ ਦਵਾਈ ਲੈ ਆਉਂਦੀ ਹਾਂ। ਮੈਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਗਈ ਤੇ ਦਵਾਈ ਲੈ ਕੇ ਆਈ। ਬੱਚਿਆਂ ਨੂੰ ਖਾਣਾ ਖਵਾ ਕੇ ਸੌਣ ਤੋਂ ਬਾਅਦ ਮੈਂ ਉਸ ਸਬਜ਼ੀ ਵਾਲੇ ਬਾਰੇ ਸੋਚਣ ਲੱਗੀ। ਮੇਰੇ ਕੋਲ ਕੁਝ ਪੈਸੇ ਬਚ ਗਏ ਸਨ। मैं सोचा कि सवेरे जाके उसनू बाकी पैसे दे देवांगी ते जेकर घट होए तो उसनू दस देवांगी कि मैं बाद तेनू दे सकती हाँ। यकीनन ओह मन जावेगा, पर मैनू की पता सी कि उस सब्जी वाले दी गलती नहीं सी, सगों शायद मेरी गलती सी। मैं एक गरीब परिवार तो सी। मेरे पिता शराबी सी ते मेरी मां लोकां दे घरां च काम करदी सी। मेरे पिता मेरी वड्डी भैन नू जुए च हार गए सन, जिस करके असीं दोवें भैणां एक दूजे तो अलग हो गईयां। मैं बहुत कोशिश की कि अपने माता पिता दी बुरी नज़र तो बच सकां, पर होनी नूं कौन टाल सकदा है। आखिरकार जदों मैं 16 साल दी होई तां मैनू भी मेरे पिता जुए च हार गया ते फिर मैं भी अपने पिता वर्गे ही एक व्यक्ति दे घर आ गई सी। मैं अपनी मां वांग लोकां दे घरां च काम करदी सी ਤੇ ਆਪਣੀ ਕਮਾਈ ਆਪਣੇ ਜਵਾਰੀ ਪਤੀ ਤੋਂ ਬਚਾਉਣ ਲਈ ਤਰ੍ਹਾਂ ਦੀ ਕੋਸ਼ਿਸ਼ ਕਰਦੀ ਸੀ। ਕਦੇ ਕੱਪੜਿਆਂ ਦੀ ਪੋਟਲੀ 'ਚ ਲੁਕਾ ਦਿੰਦੀ ਤੇ ਕਦੇ ਰਾਸ਼ਨ ਦੇ ਡੱਬਿਆਂ 'ਚ, ਪਰ ਉਹ ਫਿਰ ਵੀ ਮੇਰੀ ਕਮਾਈ ਮੈਥੋਂ ਖੋ ਕੇ ਲੈ ਜਾਂਦਾ। ਮੇਰੇ 3 ਬੱਚੇ ਸਨ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਭਗਵਾਨ ਨੇ ਮੈਨੂੰ 3 ਬੇਟੇ ਦਿੱਤੇ ਸਨ। ਕੋਈ ਬੇਟੀ ਨਹੀਂ ਸੀ ਜਿਸ ਨੂੰ ਉਸਦਾ ਪਿਤਾ ਮੇਰੇ ਵਾਂਗ ਵੇਚ ਦਿੰਦਾ। ਇਸ ਤਰ੍ਹਾਂ ਸਮਾਂ ਲੰਘਦਾ ਰਿਹਾ ਤੇ ਮੇਰੀ ਜ਼ਿੰਦਗੀ ਇੰਝ ਹੀ ਚੱਲਦੀ ਰਹੀ। ਕਈ ਹਫ਼ਤਿਆਂ ਬਾਅਦ ਮੇਰੇ ਪਤੀ ਨੂੰ ਮੇਰੇ ਘਰ ਦੀ ਯਾਦ ਆਉਂਦੀ ਤਾਂ ਉਹ ਘਰ ਆ ਜਾਂਦਾ ਤੇ ਜੋ ਵੀ ਕੀਮਤੀ ਸਮਾਨ ਨਜ਼ਰ ਆਉਂਦਾ ਉਸਨੂੰ ਚੱਕ ਕੇ ਵੇਚ ਦਿੰਦਾ। ਜੇਕਰ ਉਸਨੂੰ ਕੁਝ ਵੀ ਨਾ ਮਿਲਦਾ ਤਾਂ ਉਹ ਮੇਰੇ ਨਾਲ ਕੁੱਟਮਾਰ ਕਰਦਾ। ਮੈਨੂੰ ਬਸ ਇਸ ਗੱਲ ਦਾ ਸਕੂਨ ਸੀ ਕਿ ਘਰ ਮੇਰਾ ਆਪਣਾ ਸੀ ਤੇ ਉਹ ਇਹ ਘਰ ਵੇਚ ਨਹੀਂ ਸਕਦਾ ਸੀ, ਕਿਉਂਕਿ ਮੇਰੇ ਸਹੁਰੇ ਨੇ ਮੇਰੇ ਵਿਆਹ ਤੋਂ ਬਾਅਦ ਹੀ ਆਪਣੇ ਬੇਟੇ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਇਹ ਘਰ ਮੇਰੇ ਨਾਂ ਕਰ ਦਿੱਤਾ ਸੀ। ਉਹਨਾਂ ਨੇ ਆਪਣੇ ਜਿਉਂਦੇ ਜੀ ਇਹ ਕੰਮ ਬਹੁਤ ਚੰਗਾ ਕੀਤਾ ਕਿ ਘੱਟੋ ਘੱਟ ਮੇਰੇ ਬੱਚਿਆਂ ਦੇ ਸਿਰ ਤੇ ਛੱਤ ਤਾਂ ਹੈ ਜੋ ਉਹਨਾਂ ਦਾ ਪਿਤਾ ਖੋ ਨਹੀਂ ਸਕਦਾ। ਮੇਰੇ ਆਂਢ ਗੁਆਂਢ ਦੇ ਘਰਾਂ ਜੋ ਔਰਤਾਂ ਸਨ ਉਹ ਵੀ ਮੇਰੇ ਵਰਗੀਆਂ ਹੀ ਸਨ, ਮਿਹਨਤ ਕਰਦੀਆਂ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੀਆਂ ਸਨ। आज छोटे बेटे दी बीमारी करके मैं एक ईमानदार इंसान दा हक मार लिया सी ते ये चीज़ मैनू चैन नहीं लैन दे रही सी। कुछ दिनों बाद जदों बेटे दी तबीयत कुछ चंगी हुई ते मैनू तनख्वाह मिली ਤਾਂ मैं सोचा कि मैनू सब्जी वाले दे पैसे देने चाहिए हैं। मैनू कुछ सब्जी भी चाहिए सी, इसलिए मैं दोबारा बाजार गई। उस सब्जी वाले ने मैनू देख के भी अनदेखा कर दिता ते बाकी ग्राहकां नूं समान देन लग्या। मैनू उसके रवैये ते बहुत हैरानी हुई कि शायद ਉਹ ਇਸ ਲਈ ਮੈਨੂੰ ਦੇਖ ਕੇ ਅਣਦੇਖਾ ਕਰ ਰਿਹਾ ਹੈ ਕਿ ਸਾਰਿਆਂ ਨੂੰ ਨਿਪਟਾ ਕੇ ਮੇਰੇ ਨਾਲ ਗੱਲ ਕਰੇਗਾ। ਖੈਰ ਮੈਂ ਤਾਂ ਉਸਦੇ ਪਿਛਲੇ ਪੈਸੇ ਵੀ ਦੇਣੇ ਸਨ ਤੇ ਪੈਸੇ ਦੇਣ ਕਰਕੇ ਹੀ ਇਸੇ ਸਬਜ਼ੀ ਵਾਲੇ ਕੋਲ ਆਈ ਸੀ। ਇਸ ਲਈ ਮੈਂ ਚੁੱਪਚਾਪ ਖੜੀ ਰਹੀ। ਸਾਰਿਆਂ ਨੂੰ ਨਿਪਟਾ ਕੇ ਉਹ ਮੇਰੇ ਵੱਲ ਦੇਖ ਕੇ ਬੋਲਿਆ ਕਿ ਕੀ ਚਾਹੀਦਾ ਹੈ। ਮੈਂ ਉਸਨੂੰ ਦੱਸਿਆ ਕਿ ਤੁਸੀਂ ਪਿਛਲੀ ਵਾਰ ਮੈਨੂੰ ਜ਼ਿਆਦਾ ਪੈਸੇ ਵਾਪਸ ਦਿੱਤੇ ਸਨ, ਪਰ ਉਸਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ ਤੇ ਪੁੱਛਣ ਲੱਗਿਆ ਕਿ ਹੁਣ ਕੀ ਚਾਹੀਦਾ ਹੈ। ਮੈਂ ਕਾਫੀ ਸਬਜ਼ੀਆਂ ਉਸਨੂੰ ਦਸੀਆਂ ਤੇ ਉਹ ਤੋਲਣ ਲੱਗਿਆ। ਸਬਜ਼ੀਆਂ ਤੋਲਣ ਤੋਂ ਬਾਅਦ ਮੈਂ ਉਸ ਤੋਂ ਪੁੱਛਿਆ ਕਿ ਕਿੰਨੇ ਪੈਸੇ ਹੋਏ ਤਾਂ ਉਹ ਮੇਰੇ ਮੂੰਹ ਵੱਲ ਦੇਖਣ ਲੱਗਿਆ ਤੇ ਜੋ ਉਸਨੇ ਮੈਨੂੰ ਕਿਹਾ
ਉਹ ਸੁਣ ਕੇ ਮੈਨੂੰ ਝਟਕਾ ਲੱਗਿਆ ਕਿ ਉਸਨੇ ਮੈਥੋਂ ਸਿਰਫ 50 ਰੁਪਏ ਮੰਗੇ ਸਨ। ਮੈਨੂੰ ਲੱਗਿਆ ਕਿ ਉਸ ਤੋਂ ਗਲਤੀ ਹੋਈ ਹੈ, ਇਸ ਲਈ ਮੈਂ 500 ਦਾ ਨੋਟ ਕੱਢ ਕੇ ਉਸਨੂੰ ਦਿੱਤਾ, ਪਰ ਉਸਨੇ 50 ਰੁਪਏ ਹੀ ਕੱਟ ਕੇ ਬਾਕੀ 450 ਰੁਪਏ ਦੇ ਦਿੱਤੇ। ਤੇ ਜਦੋਂ ਮੈਂ ਉਸਨੂੰ ਕਿਹਾ ਕਿ ਸਬਜ਼ੀ ਤਾਂ ਬਹੁਤ ਮਹਿੰਗੀ ਹੈ ਤਾਂ ਉਹ ਮੇਰੀ ਗੱਲ ਕੱਟ ਕੇ ਦੂਜੇ ਗ੍ਰਾਹਕ ਵੱਲ ਲੱਗ ਗਿਆ। ਮੈਂ ਹੈਰਾਨ ਹੋ ਕੇ ਘਰ ਵਾਪਸ ਆ ਗਈ ਤੇ ਫਿਰ ਇਹ ਰੋਜ਼ ਦਾ ਹੀ ਕਿੱਸਾ ਹੋ ਗਿਆ। ਮੈਂ ਜਦੋਂ ਵੀ ਉਸ ਸਬਜ਼ੀ ਵਾਲੇ ਦੀ ਦੁਕਾਨ ਤੇ ਜਾਂਦੀ, ਮੈਂ ਜਿੰਨੇ ਰੁਪਏ ਦੀ ਵੀ ਸਬਜ਼ੀ ਲੈਂਦੀ ਉਹ ਮੈਥੋਂ ਸਿਰਫ 50 ਰੁਪਏ ਹੀ ਲੈਂਦਾ ਸੀ। ਕਦੇ ਕਦੇ ਤਾਂ ਸਬਜ਼ੀ 200 ਤੋਂ 300 ਤੱਕ ਦੀ ਵੀ ਹੁੰਦੀ ਸੀ, ਪਰ ਉਹ 50 ਰੁਪਏ ਹੀ ਲੈਂਦਾ। ਉਹ ਹਮੇਸ਼ਾ ਸਾਰੇ ਗ੍ਰਾਹਕਾਂ ਨੂੰ ਸਬਜ਼ੀ ਦੇਣ ਤੋਂ ਬਾਅਦ ਹੀ ਮੈਨੂੰ ਸਬਜ਼ੀ ਦਿੰਦਾ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਇੰਨੀ ਸਾਰੀ ਸਬਜ਼ੀ ਉਹ ਮੈਨੂੰ ਸਿਰਫ 50 ਰੁਪਏ 'ਚ ਦੇ ਰਿਹਾ ਹੈ। ਹੁਣ ਤੱਕ ਘੱਟੋ ਘੱਟ 3 ਮਹੀਨੇ ਹੋ ਚੁੱਕੇ ਸਨ ਤੇ ਮੈਂ ਰੋਜ਼ਾਨਾ ਸਬਜ਼ੀ ਲੈਣ ਜਾਂਦੀ ਜਾਂ ਹਫ਼ਤੇ 'ਚ ਇੱਕ ਵਾਰੀ ਜਾਂਦੀ। ਉਹ ਮੈਥੋਂ 50 ਰੁਪਏ ਹੀ ਲੈਂਦਾ ਸੀ। ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਤੇ ਮੈਂ ਕੋਸ਼ਿਸ਼ ਵੀ ਕਰਦੀ ਕਿ ਵਾਰ-ਵਾਰ ਉਸ ਕੋਲ ਸਬਜ਼ੀ ਲੈਣ ਨਾ ਜਾਵਾਂ, ਪਰ ਉਸਦੇ ਸਬਜ਼ੀ ਦੇ ਬਚੇ ਪੈਸੇ ਨਾਲ ਮੈਂ ਆਪਣੀ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਮੈਂ ਆਪਣੇ ਇੱਕ ਬੇਟੇ ਨੂੰ ਸਰਕਾਰੀ ਸਕੂਲ 'ਚ ਵੀ ਪੜ੍ਹਨ ਲਈ ਪਾ ਦਿੱਤਾ ਸੀ। ਇਸ ਲਈ ਮੈਨੂੰ ਉਸ ਤੋਂ ਸਬਜ਼ੀ ਲੈਣੀ ਪੈਂਦੀ ਸੀ ਕਿਉਂਕਿ ਕਿਸੇ ਹੋਰ ਦੁਕਾਨ ਤੋਂ ਲੈਣ ਨਾਲ ਮੈਨੂੰ ਸਾਰੇ ਪੈਸੇ ਦੇਣੇ ਪੈਂਦੇ ਜੋ ਕਿ ਮੈਂ ਨਹੀਂ ਦੇ ਸਕਦੀ ਸੀ। ਮੈਂ ਹਮੇਸ਼ਾ ਇਹ ਸੋਚ ਕੇ ਜਾਂਦੀ ਕਿ ਇਸ ਤੋਂ ਜ਼ਰੂਰ ਪੁੱਛਾਂਗੀ ਕਿ 50 ਰੁਪਏ ਦਾ ਕੀ ਮਾਮਲਾ ਹੈ ਤੇ ਉਹ ਮੈਨੂੰ ਇਹ ਸਬਜ਼ੀ ਇੰਨੇ ਘੱਟ ਪੈਸਿਆਂ 'ਚ ਕਿਉਂ ਦਿੰਦਾ ਹੈ। ਪਰ ਉਸ ਲਈ ਜ਼ਰੂਰੀ ਸੀ ਕਿ ਉਸ ਦੀ ਦੁਕਾਨ ਤੇ ਕੋਈ ਗ੍ਰਾਹਕ ਨਾ ਹੋਵੇ। ਪਰ ਜਦੋਂ ਵੀ ਮੈਂ ਜਾਂਦੀ ਤਾਂ ਦੁਕਾਨ ਤੇ ਕੋਈ ਨਾ ਕੋਈ ਗ੍ਰਾਹਕ ਹੁੰਦਾ ਹੀ ਸੀ। ਉਸ ਦਾ ਕੋਈ ਗਲਤ ਮਕਸਦ ਹੁੰਦਾ ਤਾਂ ਮੈਨੂੰ ਅੰਦਾਜ਼ਾ ਹੋ ਜਾਂਦਾ ਉਸ ਦੀ ਨੀਅਤ ਤਾਂ, ਪਰ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿਉਂਕਿ ਉਹ ਮੈਨੂੰ ਨਜ਼ਰ ਉਠਾ ਕੇ ਵੀ ਨਹੀਂ ਦੇਖਦਾ ਸੀ, ਸਗੋਂ ਉਹ ਕਿਸੇ ਔਰਤ ਨੂੰ ਨਜ਼ਰ ਭਰ ਕੇ ਵੀ ਨਹੀਂ ਦੇਖਦਾ ਸੀ ਤੇ ਇਹ ਗੱਲ ਉਸ ਦੀ ਸ਼ਰਾਫਤ ਦੀ ਦਲੀਲ ਸੀ। ਸਵਾਲ ਇਹ ਸੀ ਕਿ ਜੇਕਰ ਉਹ ਮੇਰੀ ਗਰੀਬੀ ਕਰਕੇ ਤਰਸ ਖਾ ਕੇ ਮੇਰੀ ਮਦਦ ਕਰਨਾ ਚਾਹੁੰਦਾ ਹੈ ਤਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ। ਕਈ ਤਾਂ ਅਜਿਹੇ ਵੀ ਸਨ ਜੋ 2-3 ਦਿਨਾਂ ਤੱਕ ਭੁੱਖੇ ਰਹਿੰਦੇ ਸਨ, ਤਾਂ ਉਹ ਉਹਨਾਂ ਲੋਕਾਂ ਦੀ ਮਦਦ ਕਿਉਂ ਨਹੀਂ ਕਰਦਾ ਸੀ, ਮੇਰੀ ਹੀ ਮਦਦ ਕਿਉਂ ਕਰਦਾ ਸੀ। ਇਹ ਗੱਲ ਮੈਨੂੰ ਸੋਚਣ ਤੇ ਮਜਬੂਰ ਕਰਦੀ ਸੀ ਤੇ ਮੇਰੇ ਹਰ ਸਵਾਲ ਦਾ ਜਵਾਬ ਸਿਰਫ ਸਬਜ਼ੀ ਵਾਲੇ ਕੋਲ ਹੀ ਸੀ। ਇੱਕ ਦਿਨ ਜਿਸ ਘਰ ਮੈਂ ਕੰਮ ਕਰਦੀ ਸੀ ਉੱਥੇ ਬਹੁਤ ਵੱਡੀ ਦਾਵਤ ਸੀ। ਮਾਲਕਨ ਨੇ ਮੈਨੂੰ ਕਿਹਾ ਕਿ ਮੈਂ ਬਾਜ਼ਾਰੋਂ ਸਬਜ਼ੀ ਲੈ ਆਵਾਂ ਤੇ ਰਾਮ ਸਿੰਘ ਦੀ ਮਦਦ ਕਰਾਂ। ਮੇਰੇ ਕਦਮ ਖੁਦ ਬਖੁਦ ਉਸ ਦੁਕਾਨ ਵੱਲ ਵਧਣ ਲੱਗੇ। ਮੈਂ ਸੋਚ ਲਿਆ ਕਿ ਅੱਜ ਤਾਂ ਕਾਫੀ ਸਬਜ਼ੀ ਚਾਹੀਦੀ ਹੈ, ਘੱਟੋ ਘੱਟ 2 ਤੋਂ 3 ਹਜ਼ਾਰ ਦੀ ਆਵੇਗੀ। ਅੱਜ ਸਬਜ਼ੀ ਵਾਲਾ ਕੀ ਕਰੇਗਾ। ਮੈਂ ਸਾਰੀ ਸਬਜ਼ੀ ਜਦੋਂ ਤੁਲਵਾਈ ਤਾਂ ਮੈਨੂੰ ਉਸਦੇ ਚਿਹਰੇ ਤੇ ਹੈਰਾਨੀ ਨਜ਼ਰ ਆਈ ਤਾਂ ਉਸਨੇ ਫਿਰ ਚੁੱਪਚਾਪ ਸਬਜ਼ੀ ਤੋਲਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਪੈਸਿਆਂ ਦੀ ਵਾਰੀ ਆਈ ਤਾਂ ਮੈਂ ਉਸਨੂੰ 5000 ਰੁਪਏ ਦੇ ਦਿੱਤੇ ਜੋ ਮੈਨੂੰ ਮਾਲਕਿਨ ਨੇ ਦਿੱਤੇ ਸਨ। ਪਰ ਹਮੇਸ਼ਾ ਵਾਂਗ ਉਹ ਸਿਰਫ 50 ਰੁਪਏ ਕੱਟ ਕੇ ਬਾਕੀ ਰਕਮ ਮੈਨੂੰ ਵਾਪਸ ਕਰਨ ਲੱਗਿਆ ਤਾਂ ਮੈਂ ਉਸਨੂੰ ਕਿਹਾ ਕਿ ਮੈਂ ਇਹ ਸਬਜ਼ੀ ਆਪਣੀ ਮਾਲਕਿਨ ਲਈ ਲੈ ਕੇ ਜਾ ਰਹੀ ਹਾਂ। ਉਸ ਦੇ ਹੈਰਾਨ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਉਸਨੇ ਸਾਰੀ ਸਬਜ਼ੀ ਦੇ ਪੈਸੇ ਕੱਟ ਕੇ 2000 ਰੁਪਏ ਮੈਨੂੰ ਵਾਪਸ ਕਰ ਦਿੱਤੇ ਤਾਂ ਮੈਨੂੰ ਯਕੀਨ ਹੋ ਗਿਆ ਕਿ ਉਹ ਸਿਰਫ ਮੈਨੂੰ ਹੀ ਘੱਟ ਪੈਸਿਆਂ ਸਬਜ਼ੀ ਦਿੰਦਾ ਹੈ। ਉਸ ਦਿਨ ਵੀ ਕੁਝ ਗ੍ਰਾਹਕ ਉਸ ਦੀ ਦੁਕਾਨ ਤੇ ਸਨ, ਇਸ ਲਈ ਮੈਂ ਸਵਾਲ ਨਾ ਕਰ ਸਕੀ। ਅਗਲੇ 2 ਦਿਨ ਤੱਕ ਮੈਨੂੰ ਸਬਜ਼ੀ ਵਾਲੇ ਦੀ ਦੁਕਾਨ ਤੇ ਜਾਣ ਦਾ ਸਮਾਂ ਨਾ ਮਿਲਿਆ। ਕੁਝ ਦਿਨਾਂ ਬਾਅਦ ਜਦੋਂ ਮੈਂ ਉਸਦੀ ਦੁਕਾਨ ਤੇ ਗਈ ਤਾਂ ਉਸ ਨਾਲ ਇੱਕ ਲੜਕਾ ਵੀ ਸੀ। ਹਮੇਸ਼ਾ ਵਾਂਗ ਉਸਨੇ ਮੈਨੂੰ 50 ਰੁਪਏ 'ਚ ਸਬਜ਼ੀ ਦਿੱਤੀ, ਪਰ ਉਸ ਲੜਕੇ ਕਰਕੇ ਮੈਂ ਕੋਈ ਸਵਾਲ ਨਾ ਪੁੱਛ ਸਕੀ। ਕੁਝ ਦਿਨਾਂ ਬਾਅਦ ਮੈਂ ਦੁਬਾਰਾ ਦੁਕਾਨ ਤੇ ਗਈ ਤਾਂ ਉਹੀ ਲੜਕਾ ਸੀ, ਉਹ ਖੁਦ ਨਹੀਂ ਸੀ। ਮੈਂ ਘੱਟ ਪੈਸਿਆਂ ਸਬਜ਼ੀ ਲੈਣ ਦੀ ਆਦੀ ਹੋ ਚੁੱਕੀ ਸੀ। ਮੈਨੂੰ ਹੈਰਾਨੀ ਹੋਈ ਜਦੋਂ ਲੜਕੇ ਨੇ ਵੀ ਮੈਥੋਂ ਸਾਰੀਆਂ ਸਬਜ਼ੀਆਂ ਦੇ 50 ਰੁਪਏ ਹੀ ਕੱਟੇ। ਮੈਂ ਜਦੋਂ ਉਸ ਲੜਕੇ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਉਸ ਦੇ ਦੁਕਾਨ ਮਾਲਕ ਨੇ ਉਸ ਨੂੰ ਇਹ ਗੱਲ ਕਿਉਂ ਕਹੀ ਸੀ। ਦੁਕਾਨ ਮਾਲਕ ਨੇ ਉਸ ਨੂੰ ਕਿਹਾ ਸੀ ਕਿ ਮੈਂ ਜਦੋਂ ਵੀ ਇੱਥੇ ਆਵਾਂ ਕੋਈ ਵੀ ਚੀਜ਼ ਲਵਾਂ ਤਾਂ ਸਿਰਫ 50 ਰੁਪਏ ਹੀ ਲੈਣੇ ਹਨ। ਮੈਂ ਉਸ ਨੂੰ ਪੁੱਛਿਆ ਕਿ ਤੇਰਾ ਮਾਲਕ ਕਦੋਂ ਆਵੇਗਾ ਤਾਂ ਇਸ ਤੇ ਉਸਨੇ ਕੋਈ ਜਵਾਬ ਨਾ ਦਿੱਤਾ। ਹੁਣ ਅਕਸਰ ਦੁਕਾਨ ਤੇ ਉਹੀ ਲੜਕਾ ਹੁੰਦਾ ਸੀ। ਹੁਣ ਮੇਰੇ ਦੋਵੇਂ ਵੱਡੇ ਬੇਟੇ ਸਕੂਲ ਜਾਣ ਲੱਗੇ ਸਨ ਤੇ ਮੈਨੂੰ ਚੰਗੇ ਭਵਿੱਖ ਦੀ ਉਮੀਦ ਨਜ਼ਰ ਆ ਰਹੀ ਸੀ ਤੇ ਇਹ ਸਭ ਉਸ ਘੱਟ ਕੀਮਤ ਸਬਜ਼ੀ ਕਰਕੇ ਹੀ ਸੰਭਵ ਹੋਇਆ ਸੀ ਕਿਉਂਕਿ ਉਸ ਤੋਂ ਪਹਿਲਾਂ ਤਾਂ ਮੈਂ ਸਿਰਫ ਬੱਚਿਆਂ ਨੂੰ 2 ਵਕਤ ਦੀ ਰੋਟੀ ਪੂਰੀ ਕਰਨ ਲਈ ਸੋਚਦੀ ਰਹਿੰਦੀ ਸੀ।
ਪਰ ਜਦੋਂ ਮੇਰੇ ਕੋਲ ਬੱਚਤ ਦੇ ਕੁਝ ਪੈਸੇ ਆਉਣੇ ਸ਼ੁਰੂ ਹੋਏ ਤਾਂ ਮੈਂ ਉਹਨਾਂ ਦੀ ਪੜ੍ਹਾਈ ਲਈ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ। ਹੁਣ ਮੈਨੂੰ ਕੁਝ ਉਮੀਦ ਨਜ਼ਰ ਆ ਰਹੀ ਸੀ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕਿਸੇ ਮੁਕਾਮ ਤੇ ਪਹੁੰਚ ਜਾਣਗੇ ਤੇ ਸ਼ਾਇਦ ਮੇਰੀ ਜਿੱਲਤ ਭਰੀ ਜ਼ਿੰਦਗੀ ਹੁਣ ਖਤਮ ਹੋ ਜਾਵੇਗੀ। ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਤਾਂ ਮੈਂ ਭਾਵੇਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਕੁਝ ਪੜ੍ਹ ਲਿਖ ਲੈਂਦੀ ਸੀ, ਇਸ ਲਈ ਆਪਣੇ ਤਰੀਕੇ ਨਾਲ ਸਬਜ਼ੀ ਦਾ ਹਿਸਾਬ ਲਿਖਣਾ ਸ਼ੁਰੂ ਕਰ ਦਿੱਤਾ। ਉਹ ਇਸ ਲਈ ਕਿ ਮੇਰੇ ਦਿਲ 'ਚ ਇਹੀ ਖਿਆਲ ਸੀ ਕਿ ਕਦੇ ਜ਼ਿੰਦਗੀ 'ਚ ਮੇਰੇ ਕੋਲ ਇੰਨੇ ਪੈਸੇ ਹੋਏ ਤਾਂ ਸਬਜ਼ੀ ਵਾਲੇ ਦਾ ਸਾਰਾ ਉਧਾਰੀ ਇੱਕ ਵਾਰ 'ਚ ਹੀ ਚੁਕਾ ਦੇਵਾਂਗੀ। ਸਬਜ਼ੀ ਵਾਲੇ ਦਾ ਇਹ ਰਾਜ਼ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਦੀ ਸੀ, ਕਿਉਂਕਿ ਬੱਚੇ ਗੱਲ ਕਰਦੇ ਹੋਏ ਜੇਕਰ ਆਪਣੇ ਦੋਸਤਾਂ ਨੂੰ ਕਹਿ ਦਿੰਦੇ ਤਾਂ ਮੇਰੇ ਲਈ ਮੁਸ਼ਕਿਲ ਖੜੀ ਹੋ ਜਾਂਦੀ ਤੇ ਸਭ ਤੋਂ ਪਹਿਲਾਂ ਗੱਲ ਮੇਰੇ ਚਰਿੱਤਰ ਤੇ ਆ ਜਾਂਦੀ। ਮੈਂ ਗਰੀਬ ਜ਼ਰੂਰ ਸੀ ਪਰ ਚਰਿੱਤਰਹੀਨ ਨਹੀਂ ਸੀ। ਪਰ ਇਹ ਗੱਲ ਤਾਂ ਕੋਈ ਨਾ ਸਮਝਦਾ ਤੇ ਸਾਰੇ ਮੈਨੂੰ ਸਵਾਲ ਕਰਨ ਲੱਗਦੇ। ਹੁਣ ਇਸ ਮਾਮਲੇ ਨੂੰ ਲਗਭਗ 7-8 ਮਹੀਨੇ ਹੋ ਚੁੱਕੇ ਸਨ ਤੇ ਅਜੇ ਤੱਕ ਮੈਂ ਉਸ ਬੰਦੇ ਨੂੰ ਸਵਾਲ ਨਹੀਂ ਕਰ ਸਕੀ ਤੇ ਆਖਰ ਇੱਕ ਦਿਨ ਮੈਨੂੰ ਮੌਕਾ ਮਿਲ ਹੀ ਗਿਆ। ਮੈਂ ਸ਼ਾਮ ਨੂੰ ਕੰਮ ਤੋਂ ਦੇਰੀ ਨਾਲ ਆਉਣ ਕਰਕੇ ਜਦੋਂ ਸਬਜ਼ੀ ਲੈਣ ਗਈ ਤਾਂ ਉਸ ਸਮੇਂ ਦੁਕਾਨ ਤੇ ਸਬਜ਼ੀ ਵਾਲਾ ਖੁਦ ਸੀ ਤੇ ਲੜਕਾ ਵੀ ਅੱਜ ਨਹੀਂ ਆਇਆ ਸੀ ਤੇ ਨਾ ਹੀ ਕੋਈ ਗ੍ਰਾਹਕ ਸੀ। ਮੈਂ ਜਾਂਦੇ ਹੀ ਉਸਨੂੰ ਸਵਾਲ ਕੀਤਾ ਕਿ ਤੂੰ ਇਹ ਸਬਜ਼ੀ ਮੈਨੂੰ ਸਿਰਫ 50 ਰੁਪਏ 'ਚ ਹੀ ਕਿਉਂ ਦਿੰਦਾ ਹੈ, ਇਸ ਦਾ ਕੀ ਕਾਰਨ ਹੈ। ਉਸਨੇ ਕਿਹਾ ਕਿ ਮੈਨੂੰ ਸਿਰਫ ਇਹ ਦੱਸੋ ਕਿ ਇਸ ਕਰਕੇ ਤੁਹਾਡੀ ਕਿਸੇ ਤਰ੍ਹਾਂ ਮਦਦ ਹੋ ਸਕਦੀ ਹੈ। ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਆਪਣੇ 2 ਬੱਚਿਆਂ ਦਾ ਸਕੂਲ 'ਚ ਦਾਖਲਾ ਕਰਵਾ ਦਿੱਤਾ ਹੈ ਤੇ ਘਰ ਦੀਆਂ ਬਹੁਤ ਸਾਰੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਲਈ ਚੀਜ਼ਾਂ ਲੈ ਲੈਂਦੀ ਹਾਂ ਜੋ ਪਤੀ ਦੀ ਨਜ਼ਰ ਤੋਂ ਬਚਾ ਕੇ ਰੱਖੀਆਂ ਹਨ। ਉਸਨੇ ਕਿਹਾ ਕਿ ਮੈਂ ਇਹ ਚਾਹੁੰਦਾ ਸੀ ਕਿ ਤੁਹਾਡੀ ਮਦਦ ਹੋ ਜਾਵੇ। ਅੱਜ ਤੱਕ ਮੈਂ ਤੁਹਾਡੇ ਵੱਲ ਗਲਤ ਨਜ਼ਰ ਨਾਲ ਨਹੀਂ ਦੇਖਿਆ ਤੇ ਇਹ ਗੱਲ ਤੁਸੀਂ ਵੀ ਜਾਣਦੇ ਹੋ। ਮੇਰਾ ਮਕਸਦ ਸਿਰਫ ਤੁਹਾਡੀ ਮਦਦ ਕਰਨਾ ਸੀ। ਪਰ ਮੇਰਾ ਸਵਾਲ ਤਾਂ ਉੱਥੇ ਦਾ ਉੱਥੇ ਸੀ ਕਿ ਜੇਕਰ ਉਹ ਮਦਦ ਕਰਨਾ ਚਾਹੁੰਦਾ ਸੀ ਤਾਂ ਇੱਥੇ ਬਹੁਤ ਸਾਰੇ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਕਿਉਂਕਿ ਜਿਸ ਜਗ੍ਹਾ ਤੇ ਉਸ ਦੀ ਦੁਕਾਨ ਹੈ ਉਸ ਦੇ ਆਸ-ਪਾਸ ਅਸੀਂ ਗਰੀਬ ਲੋਕ ਹੀ ਰਹਿੰਦੇ ਸੀ ਤੇ ਫਿਰ ਉਹ ਮੇਰੀ ਹੀ ਮਦਦ ਕਿਉਂ ਕਰਦਾ ਸੀ। ਜਦੋਂ ਮੈਂ ਇਹ ਸਵਾਲ ਉਸਨੂੰ ਕੀਤਾ ਤਾਂ ਉਹ ਘਬਰਾ ਗਿਆ ਤੇ ਰੋ ਕੇ ਕਹਿਣ ਲੱਗਿਆ ਕਿ ਤੁਹਾਡੇ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਹੈ ਪਰ ਮੈਂ ਦੇਣਾ ਨਹੀਂ ਚਾਹੁੰਦਾ। ਮੈਂ ਜਦੋਂ ਜਿੱਦ ਕੀਤੀ ਤਾਂ ਉਹ ਮੇਰੇ ਸਵਾਲ ਦਾ ਜਵਾਬ ਦੇਵੇ ਜਾਂ ਮੈਂ ਉਸ ਤੋਂ ਸਬਜ਼ੀ ਨਹੀਂ ਖਰੀਦਾਂਗੀ। ਇਹ ਸੁਣ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ। ਉਸਨੇ ਮੇਥੋਂ ਵਾਅਦਾ ਲਿਆ ਕਿ ਉਹ ਮੈਨੂੰ ਮੇਰੇ ਹਰ ਸਵਾਲ ਦਾ ਜਵਾਬ ਦੇਵੇਗਾ ਪਰ ਸਬਜ਼ੀ ਹਮੇਸ਼ਾ ਉਸਦੀ ਦੁਕਾਨ ਤੋਂ ਹੀ ਲਵੇ। ਮੈਂ ਉਸ ਨਾਲ ਵਾਅਦਾ ਕੀਤਾ ਤਾਂ ਉਸਨੇ ਕਿਹਾ ਕਿ ਕੱਲ ਸ਼ਾਮ ਤੋਂ ਬਾਅਦ ਉਸਦੇ ਘਰ ਆ ਜਾਇਓ, ਤੁਹਾਡੇ ਹਰ ਸਵਾਲ ਦਾ ਜਵਾਬ ਦੇ ਦੇਵਾਂਗਾ। ਪਰ ਮੈਂ ਉਸਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਉਸਨੇ ਜਲਦੀ ਮੈਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਮੈਂ ਉਸਦੇ ਘਰ ਆਉਣ ਤੋਂ ਨਾ ਕਰਨ ਹੀ ਵਾਲੀ ਸੀ ਕਿ ਮੇਰੇ ਸਾਰੇ ਸਵਾਲਾਂ ਦਾ ਜਵਾਬ ਇੱਥੇ ਹੀ ਦੇ ਦੇ। ਪਰ ਉਸ ਸਮੇਂ ਦੁਕਾਨ ਤੇ ਇੱਕ ਹੋਰ ਆਦਮੀ ਆ ਗਿਆ ਤੇ ਮੈਨੂੰ ਚੁੱਪ ਹੋਣਾ ਪਿਆ। ਮੈਂ ਉਸ ਸਮੇਂ ਤਾਂ ਸਬਜ਼ੀਆਂ ਚੱਕੀਆਂ ਤੇ ਘਰ ਆ ਗਈ ਪਰ ਹੁਣ ਮੇਰੀ ਸਾਰੀ ਰਾਤ ਇਸੇ ਚਿੰਤਾ 'ਚ ਲੰਘੀ ਕਿ ਆਖਰ ਉਸਨੇ ਮੈਨੂੰ ਕਿਉਂ ਬੁਲਾਇਆ ਹੈ ਤੇ ਉਹ ਵੀ ਸ਼ਾਮ ਤੋਂ ਬਾਅਦ। ਤੇ ਜੇਕਰ ਮੈਂ ਨਹੀਂ ਗਈ ਤਾਂ ਸ਼ਾਇਦ ਸਾਰੀ ਉਮਰ ਜਵਾਬ ਨਾ ਮਿਲੇ ਤੇ ਜੇਕਰ ਚਲੀ ਗਈ ਤਾਂ ਮੇਰੇ ਨਾਲ ਉਹ ਪਤਾ ਨਹੀਂ ਕੀ ਕਰੇ। ਕਿਉਂਕਿ ਮਰਦ ਦਾ ਕੀ ਭਰੋਸਾ। ਸਾਰੀ ਰਾਤ ਸੋਚਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਨੂੰ ਇੱਕ ਵਾਰ ਤਾਂ ਜਾਣਾ ਹੀ ਚਾਹੀਦਾ ਹੈ। ਦੂਜੇ ਦਿਨ ਮੈਂ ਸਮੇਂ ਸਿਰ ਘਰ ਦੇ ਕੰਮ ਨਿਬੇੜ ਕੇ ਛੋਟੇ ਬੇਟੇ ਨੂੰ ਦੋਵੇਂ ਵੱਡੇ ਬੇਟਿਆਂ ਨੂੰ ਫੜਾ ਕੇ ਉਹਨਾਂ ਨੂੰ ਬਾਹਰ ਕਿਤੇ ਨਾ ਜਾਣਾ, ਮੈਂ ਥੋੜੀ ਦੇਰ 'ਚ ਹੀ ਆ ਜਾਵਾਂਗੀ ਕਹਿ ਬਾਹਰ ਨਿਕਲ ਗਈ। ਮੈਂ ਆਪਣੇ ਕੁੜਤੇ ਅੰਦਰ ਇੱਕ ਛੋਟੀ ਜਿਹੀ ਸੋਟੀ ਲੁਕਾਈ ਤੇ ਉਸਦੇ ਘਰ ਵੱਲ ਚੱਲ ਪਈ। ਉਸਦੇ ਘਰ ਦੇ ਦਰਵਾਜ਼ੇ ਤੇ ਪਹੁੰਚ ਕੇ ਇੱਕ ਵਾਰ ਤਾਂ ਦਿਲ ਨੇ ਕਿਹਾ ਕਿ ਮੁੜ ਜਾਵਾਂ, ਜੋ ਜਿਵੇਂ ਚੱਲ ਰਿਹਾ ਹੈ ਚੱਲਣ ਦੇ। ਮੈਨੂੰ ਕੀ ਲੋੜ ਹੈ ਸਵਾਲ ਕਰਨ ਦੀ, ਮੇਰੀਆਂ ਤਾਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਤੇ ਮੇਰੇ ਬੱਚਿਆਂ ਨੂੰ ਖਾਣਾ ਮਿਲ ਰਿਹਾ ਹੈ ਤੇ ਚੰਗੀ ਪੜ੍ਹਾਈ ਹੋ ਰਹੀ ਹੈ। ਮੈਨੂੰ ਇਸ ਰਾਜ ਨੂੰ ਰਾਜ ਹੀ ਰਹਿਣ ਦੇਣਾ ਚਾਹੀਦਾ ਹੈ। ਪਰ ਮੇਰੇ ਅੰਦਰ ਦੀ ਆਤਮਾ ਮੈਨੂੰ ਚੈਨ ਨਹੀਂ ਲੈਣ ਦੇ ਰਹੀ ਸੀ ਤੇ ਵਾਰ-ਵਾਰ ਮੇਰੇ ਅੰਦਰ ਇਹ ਗੱਲ ਆਉਂਦੀ ਕਿ ਇੱਕ ਵਾਰ ਅੰਦਰ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਮੈਂ ਦਰਵਾਜ਼ਾ ਖੜਕਾਇਆ। ਕੁਝ ਚਿਰ ਬਾਅਦ ਸਬਜ਼ੀ ਵਾਲੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਨੂੰ ਦੇਖ ਕੇ ਮੁਸਕਰਾ ਪਿਆ ਤੇ ਮੈਨੂੰ ਅੰਦਰ ਆਉਣ ਲਈ ਕਿਹਾ। ਮੈਂ ਡਰਦੀ ਨੇ ਘਰ ਦੇ ਅੰਦਰ ਪੈਰ ਰੱਖੇ ਤਾਂ ਉਸਨੇ ਤੁਰੰਤ ਲਾਈਟ ਜਗਾ ਦਿੱਤੀ ਤੇ ਰੋਸ਼ਨੀ ਹੁੰਦੇ ਹੀ ਜਿਸ ਚੀਜ਼ ਤੇ ਮੇਰੀ ਨਜ਼ਰ ਪਈ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਇੰਜ ਲੱਗਿਆ ਕਿ ਜਿਵੇਂ ਕਮਰੇ ਦੀ ਛੱਤ ਮੇਰੇ ਸਿਰ ਤੇ ਡਿੱਗ ਗਈ ਹੋਵੇ। ਜਦੋਂ ਮੇਰੇ ਪਤੀ ਦੇ ਹੱਥ
ਮੈਨੂੰ ਮੇਰੇ ਮਾਤਾ-ਪਿਤਾ ਨੇ ਵੇਚਿਆ ਸੀ ਤਾਂ ਉਸ ਤੋਂ ਬਾਅਦ ਮੈਂ ਆਪਣੇ ਮਾਤਾ-ਪਿਤਾ ਨਾਲ ਕਦੇ ਨਹੀਂ ਸੀ ਮਿਲੀ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭੈਣ ਜਾਂ ਮਾਤਾ-ਪਿਤਾ ਕਿਸ ਹਾਲ 'ਚ ਹਨ ਤੇ ਮੈਂ ਤਾਂ ਸਮਝ ਲਿਆ ਸੀ ਕਿ ਉਹ ਮੇਰੇ ਲਈ ਮਰ ਚੁੱਕੇ ਹਨ ਤੇ ਕਦੇ ਭੁੱਲ ਕੇ ਵੀ ਉਹਨਾਂ ਬਾਰੇ ਨਹੀਂ ਸੋਚਿਆ ਸੀ। ਕਦੇ ਮਾਂ ਦਾ ਖਿਆਲ ਆਉਂਦਾ ਸੀ, ਪਰ ਵਿਆਹ ਤੋਂ 3 ਸਾਲ ਬਾਅਦ ਹੀ ਮੇਰੀ ਮਾਤਾ ਨੂੰ ਵੀ ਮੇਰਾ ਪਿਓ ਜੂਏ 'ਚ ਹਾਰ ਗਿਆ ਸੀ ਤੇ ਉਸ ਤੋਂ ਬਾਅਦ ਦਾ ਕੁਝ ਪਤਾ ਨਹੀਂ ਸੀ। ਉਹਨਾਂ ਸਾਰਿਆਂ ਨੂੰ ਮਰਿਆ ਹੋਇਆ ਮੰਨਣ ਤੋਂ ਬਾਅਦ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨਾਲ ਸਾਹਮਣਾ ਹੋਵੇ। ਸਟੋਰ ਦੇ ਬਿਸਤਰ ਤੇ ਮੈਨੂੰ ਆਪਣਾ ਪਿਤਾ ਪਿਆ ਨਜ਼ਰ ਆਇਆ। ਉਸਨੂੰ ਦੇਖ ਕੇ ਮੈਨੂੰ ਹੋਰ ਜ਼ਿਆਦਾ ਨਫ਼ਰਤ ਦਾ ਅਹਿਸਾਸ ਹੋਇਆ ਕਿ ਅਸੀਂ ਜਿਸ ਹਾਲ 'ਚ ਵੀ ਹਾਂ ਸਿਰਫ ਇਸੇ ਆਦਮੀ ਕਰਕੇ ਹਾਂ। ਪਰ ਉਹਨਾਂ ਦੀ ਹਾਲਤ ਇੰਨੀ ਖਰਾਬ ਸੀ ਕਿ ਉਹਨਾਂ ਨਾਲ ਨਫ਼ਰਤ ਵੀ ਨਹੀਂ ਕਰ ਸਕਦੀ ਸੀ। ਮੇਰੇ ਪਿੱਛੇ ਮੌਜੂਦ ਸਬਜ਼ੀ ਵਾਲੇ ਨੇ ਮੈਨੂੰ ਕਿਹਾ ਕਿ ਇਹ ਆਦਮੀ ਤੁਹਾਡੇ ਪਿਤਾ ਜੀ ਹਨ, ਸਿਰਫ ਤੁਹਾਡੇ ਨਹੀਂ ਸਗੋਂ ਮੇਰੇ ਵੀ ਹਨ ਤੇ ਮੈਂ ਤੁਹਾਡਾ ਭਰਾ ਹਾਂ। ਇਹ ਸੁਣ ਕੇ ਮੈਨੂੰ ਹੈਰਾਨੀ ਦੇ ਨਾਲ ਝਟਕਾ ਵੀ ਲੱਗਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਹ ਆਦਮੀ ਮੇਰਾ ਭਰਾ ਕਿਵੇਂ ਹੋ ਸਕਦਾ ਹੈ, ਕਿਉਂਕਿ ਅਸੀਂ ਤਾਂ ਸਿਰਫ 2 ਹੀ ਭੈਣਾਂ ਸੀ। ਮੈਂ ਅੱਗੇ ਵੱਧ ਕੇ ਪਿਤਾ ਜੀ ਦੀ ਹਾਲਤ ਦੇਖੀ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਅਧਰੰਗ ਹੋਣ ਕਾਰਨ ਉਹ ਕੁਝ ਬੋਲ ਵੀ ਨਹੀਂ ਸਕਦੇ ਸਨ ਤੇ ਹੱਥ ਵੀ ਨਹੀਂ ਹਿਲਾ ਸਕਦੇ ਸਨ, ਸਿਰਫ ਮੈਨੂੰ ਦੇਖ ਕੇ ਰੋ ਰਹੇ ਸਨ। ਮੈਂ ਉਸ ਸਬਜ਼ੀ ਵਾਲੇ ਤੋਂ ਜੋ ਮੇਰਾ ਭਰਾ ਸੀ ਤੋਂ ਪੁੱਛਿਆ ਕਿ ਇਹ ਸਭ ਕੀ ਹੈ, ਤੁਸੀਂ ਮੇਰੇ ਭਰਾ ਕਿਵੇਂ ਹੋ ਸਕਦੇ ਹੋ? ਅਸੀਂ ਤਾਂ 2 ਭੈਣਾਂ ਸੀ ਤੇ ਫਿਰ ਇਹ ਤੁਹਾਡੇ ਕੋਲ ਕਿਵੇਂ? ਉਸਨੇ ਮੈਨੂੰ ਦੱਸਿਆ ਕਿ ਤੁਹਾਡੇ ਵਿਆਹ ਤੋਂ 1 ਸਾਲ ਬਾਅਦ ਹੀ ਇਹ ਮੇਰੀ ਮਾਤਾ ਜੀ ਨੂੰ ਇੱਕ ਜੂਏ 'ਚ ਹਾਰ ਗਏ ਸਨ, ਪਰ ਸਾਨੂੰ ਜੂਏ 'ਚ ਹਾਰਨ ਤੋਂ ਪਹਿਲਾਂ ਇਹਨਾਂ ਨੇ ਖੁਦ ਇੱਕ ਔਰਤ ਨੂੰ ਜੂਏ 'ਚ ਜਿੱਤਿਆ ਸੀ, ਜਿਸ ਨੂੰ ਇਹ ਆਪਣੇ ਘਰ ਤਾਂ ਨਾ ਲਿਆਏ ਸਗੋਂ ਇੱਕ ਹੋਰ ਜਗ੍ਹਾ ਰੱਖਿਆ ਸੀ ਤੇ ਸਬਜ਼ੀ ਵਾਲਾ ਉਸੇ ਔਰਤ ਤੋਂ ਮੇਰਾ ਭਰਾ ਸੀ। ਉਸ ਨੂੰ ਜਨਮ ਦਿੰਦੇ ਹੋਏ ਉਹ ਔਰਤ ਮਰ ਗਈ ਤੇ ਭਗਵਾਨ ਦਾ ਕ੍ਰਿਸ਼ਮਾ ਤਾਂ ਦੇਖੋ, ਜਿਸ ਦੀ ਉਹ ਭੈਣ ਸੀ ਉਸੇ ਨਾਲ ਮੇਰੀ ਮਾਤਾ ਦਾ ਦੁਬਾਰਾ ਵਿਆਹ ਹੋਇਆ। ਮੇਰੀ ਮਾਂ ਨੇ ਸਬਜ਼ੀ ਵਾਲੇ ਦਾ ਪਾਲਣ ਪੋਸ਼ਣ ਕੀਤਾ ਤੇ ਚੰਗੇ ਬੁਰੇ ਦੀ ਸਮਝ ਦਿੱਤੀ। ਜਦੋਂ ਉਹ ਕੁਝ ਸਮਝਦਾਰ ਹੋਇਆ ਤਾਂ ਉਹਨਾਂ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਕਿ ਇਹ ਵੀ ਆਪਣੇ ਪਿਤਾ ਤੇ ਨਾ ਜਾਵੇ ਤੇ 3 ਸਾਲ ਪਹਿਲਾਂ ਹੀ ਸਾਡੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ। ਤੇ ਜਦੋਂ ਇਹ ਕੁਝ ਵੱਡਾ ਹੋਇਆ ਤਾਂ ਉਸਨੇ ਆਪਣੀ ਭੈਣ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਿਆ ਕਿ ਉਹ ਤਾਂ ਵਿਆਹ ਤੋਂ ਬਾਅਦ ਹੀ ਬੱਚੇ ਨੂੰ ਜਨਮ ਦਿੰਦੇ ਮਰ ਗਈ ਸੀ ਤੇ ਉਸ ਨਾਲ ਉਸਦਾ ਬੱਚਾ ਵੀ ਮਰ ਗਿਆ ਸੀ। ਹੁਣ ਇਸ ਦੁਨੀਆ 'ਚ ਉਸਦੇ ਰਿਸ਼ਤੇਦਾਰ ਸਨ, ਇੱਕ ਭੈਣ ਤੇ ਇੱਕ ਪਿਤਾ। ਉਸਨੇ ਸਾਡੇ ਦੋਵਾਂ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸਦੇ ਨਾਲ ਹੀ ਪੜ੍ਹਾਈ ਨਾ ਕਰਨ ਕਰਕੇ ਉਹ ਕੋਈ ਨੌਕਰੀ ਵੀ ਨਹੀਂ ਕਰ ਸਕਦਾ ਸੀ, ਇਸ ਲਈ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ। ਉਹ ਮਿਹਨਤ ਨਾਲ ਦਿਲ ਲਾ ਕੇ ਕੰਮ ਕਰਦਾ ਸੀ ਤੇ ਉਸ ਦਾ ਸਮਾਜ 'ਚ ਮਾਨ ਸਨਮਾਨ ਵੀ ਬਹੁਤ ਸੀ। ਇੱਕ ਦਿਨ ਉਸ ਨੂੰ ਪਿਤਾ ਜੀ ਮਿਲੇ ਤੇ ਜਿਸ ਹਾਲਤ 'ਚ ਮਿਲੇ ਉਸ ਨੂੰ ਉਹਨਾਂ ਤੇ ਤਰਸ ਆ ਗਿਆ ਤੇ ਉਹ ਉਹਨਾਂ ਨੂੰ ਆਪਣੇ ਘਰ ਲੈ ਆਇਆ ਤੇ ਪਿਤਾ ਦੀ ਦੇਖਭਾਲ ਕਰਨ ਲਈ ਹੀ ਉਸਨੇ ਦੁਕਾਨ ਤੇ ਲੜਕਾ ਰੱਖਿਆ ਹੋਇਆ ਸੀ। ਉਸਨੇ ਕਿਸੇ ਤਰ੍ਹਾਂ ਮੇਰੇ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਮੇਰੇ ਬਾਰੇ ਜਾਣ ਕੇ ਉਸ ਨੂੰ ਬਹੁਤ ਦੁੱਖ ਹੋਇਆ, ਇਸ ਲਈ ਆਪਣੇ ਹਿਸਾਬ ਨਾਲ ਮੇਰੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ 50 ਰੁਪਏ ਵੀ ਇਸ ਲਈ ਲੈਂਦਾ ਸੀ ਕਿ ਮੇਰੀ ਖੁਦਦਾਰੀ ਨੂੰ ਠੇਸ ਨਾ ਪਹੁੰਚੇ। ਜੇਕਰ ਉਹ ਮੁਫਤ 'ਚ ਸਬਜ਼ੀ ਦਿੰਦਾ ਤਾਂ ਸ਼ਾਇਦ ਮੈਂ ਅਗਲੇ ਦਿਨ ਉਸਦੀ ਦੁਕਾਨ ਤੇ ਨਾ ਜਾਂਦੀ। ਸਬਜ਼ੀ ਦੇ ਬਚੇ ਹੋਏ ਪੈਸਿਆਂ ਨਾਲ ਹੀ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸਨ ਤੇ ਇਹ ਇੱਕ ਗਰੀਬ ਭਰਾ ਦੀ ਇੱਕ ਗਰੀਬ ਭੈਣ ਲਈ ਮਦਦ ਦੀ ਕੋਸ਼ਿਸ਼ ਸੀ। ਇਹ ਸਭ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੈਂ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ ਕਿ ਭਗਵਾਨ ਨੇ ਮੈਨੂੰ ਜੇਕਰ ਪਤੀ ਤੇ ਪਿਤਾ ਦੀ ਸੂਰਤ ਚੰਗੇ ਇਨਸਾਨ ਨਹੀਂ ਦਿੱਤੇ ਤਾਂ ਭਰਾ ਦੀ ਸੂਰਤ 'ਚ ਚੰਗਾ ਇਨਸਾਨ ਦੇ ਦਿੱਤਾ। ਤੇ ਦਿਲ ਹੀ ਦਿਲ ਸੋਚ ਰਹੀ ਸੀ ਕਿ ਮੈਂ ਆਪਣੇ ਤਿੰਨੇ ਬੇਟਿਆਂ ਨੂੰ ਸਹੀ ਰਸਤੇ ਤੇ ਚਲਾਵਾਂਗੀ, ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਾਂਗੀ। ਇਸ ਤੋਂ ਪਹਿਲਾਂ ਮੈਂ ਉਹਨਾਂ ਦਾ ਪਾਲਣ ਪੋਸ਼ਣ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਇਸ ਦੇ ਨਾਲ ਹੀ ਮੈਂ ਆਪਣੇ ਪਿਤਾ ਨੂੰ ਮਾਫ ਕਰ ਦਿੱਤਾ ਕਿਉਂਕਿ ਉਸਨੇ ਜੋ ਸਾਡੇ ਨਾਲ ਕੀਤਾ ਸੀ ਉਸ ਦੀ ਸਜ਼ਾ ਉਸ ਨੂੰ ਜ਼ਿੰਦਗੀ 'ਚ ਮਿਲ ਚੁੱਕੀ ਸੀ। ਮੈਂ ਆਪਣੇ ਭਰਾ ਨਾਲ ਵਾਅਦਾ ਕੀਤਾ ਕਿ ਮੈਂ ਆਉਂਦੀ ਜਾਂਦੀ ਰਹਾਂਗੀ ਤੇ ਪਿਤਾ ਜੀ ਦਾ ਵੀ ਖਿਆਲ ਰੱਖਾਂਗੀ। ਜਦੋਂ ਮੇਰੇ ਭਰਾ ਨੇ ਮੇਰੇ ਪਤੀ ਬਾਰੇ ਦੱਸਿਆ ਕਿ ਬਹੁਤ ਮੁਸ਼ਕਿਲ ਨਾਲ ਕੁਝ ਲੋਕਾਂ ਰਾਹੀਂ ਉਸਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਹੈ ਤੇ ਉਹ ਛੇਤੀ ਹੀ ਚੰਗਾ ਇਨਸਾਨ ਬਣ ਕੇ ਬਾਹਰ ਆਵੇਗਾ, ਤਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਸਨ ਜਿਨ੍ਹਾਂ ਨਾਲ ਮੈਂ ਆਪਣੇ ਭਰਾ ਦਾ ਧੰਨਵਾਦ ਕਰ ਸਕਾਂ।
ਜੋ ਮੇਰੀ ਮਾਂ ਦਾ ਬੇਟਾ ਵੀ ਨਹੀਂ ਸੀ, ਪਰ ਸਿਰਫ ਮਾਂ ਦੀ ਦੇਖਭਾਲ ਦਾ ਹੱਕ ਅਦਾ ਕਰਨ ਲਈ ਆਪਣੇ ਵੱਲੋਂ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੱਚ ਕਹਿੰਦੇ ਹਨ ਕਿ ਪਾਲਣ ਪੋਸ਼ਣ ਦਾ ਬਹੁਤ ਬੜਾ ਅਸਰ ਹੁੰਦਾ ਹੈ। ਉਸ ਦੀਆਂ ਰਗਾਂ 'ਚ ਖੂਨ ਤਾਂ ਮੇਰੇ ਪਿਤਾ ਦਾ ਸੀ, ਪਰ ਪਾਲਣ ਪੋਸ਼ਣ ਮੇਰੀ ਮਾਂ ਦਾ ਸੀ, ਜੋ ਕਿ ਖੂਨ ਦੇ ਰਿਸ਼ਤੇ ਤੇ ਭਾਰੀ ਪੈ ਗਿਆ ਸੀ। ਧੰਨਵਾਦ।